ਭੋਲੂ ਲੱਕੜਹਾਰਾ ਅਤੇ ਗਾਉਣ ਵਾਲੀ ਕੁਹਾੜੀ। ਇੱਕ ਪਿੰਡ ਵਿੱਚ ਭੋਲੂ ਨਾਂ ਦਾ ਇੱਕ ਲੱਕੜਹਾਰਾ ਰਹਿੰਦਾ ਸੀ। ਉਹ ਬਹੁਤ ਹੀ ਭੋਲਾ ਅਤੇ ਛੋਟਾ ਭੁਲੱਕੜ ਸੀ। ਉਸ ਕੋਲ ਇੱਕ ਪੁਰਾਣੀ ਕੁਹਾੜੀ ਸੀ ਜਿਸ ਨੂੰ ਉਹ ਕੁਲਦੀਪ ਕਹਿ ਕੇ ਬੁਲਾਉਂਦਾ ਸੀ। ਭੋਲੂ ਆਪਣੀ ਕੁਹਾੜੀ ਕੁਲਦੀਪ ਨੂੰ ਆਪਣੇ ਦੋਸਤ ਵਾਂਗ ਸਮਝਦਾ ਸੀ। ਉਹ ਹਰ ਰੋਜ਼ ਉਸ ਨਾਲ ਗੱਲਾਂ ਕਰਦਾ, ਕਿਵੇਂ ਹੋ ਕੁਲਦੀਪ, ਅੱਜ ਬਹੁਤ ਕੰਮ ਕਰਨਾ ਹੈ। ਇੱਕ ਦਿਨ ਭੋਲੂ ਨਦੀ ਕਿਨਾਰੇ ਇੱਕ ਵੱਡੇ ਦਰਖਤ ਦੀਆਂ ਟਾਹਣੀਆਂ ਕੱਟ ਰਿਹਾ ਸੀ। ਉਹ ਕੰਮ ਕਰਦੇ ਹੋਏ ਇੱਕ ਅਜੀਬ ਜਿਹਾ ਗਾਣਾ ਗਾ ਰਿਹਾ ਸੀ। ਅਚਾਨਕ ਗਾਣਾ ਗਾਉਂਦੇ ਹੋਏ ਉਸ ਦਾ ਧਿਆਨ ਭਟਕ ਗਿਆ। ਉਸ ਦੇ ਹੱਥਾਂ ਵਿੱਚੋਂ ਕੁਹਾੜੀ ਤੇ ਲੱਗ ਗਈ ਅਤੇ ਛਪਾਕ ਕਰਕੇ ਸਿੱਧੀ ਨਦੀ ਦੇ ਡੂੰਘੇ ਪਾਣੀ ਵਿੱਚ ਜਾ ਡਿੱਗੀ। ਹਾਏ ਮੇਰਾ ਕੁਲਦੀਪ, ਭੋਲੂ ਉੱਚੀ ਉੱਚੀ ਰੋਣ ਲੱਗ ਪਿਆ। ਉਹ ਦਰਖਤ ਤੋਂ ਉਤਰ ਕੇ ਨਦੀ ਕਿਨਾਰੇ ਬੈਠ ਗਿਆ ਅਤੇ ਬੱਚਿਆਂ ਵਾਂਗ ਪੁੱਬਾਂ ਮਾਰਨ ਲੱਗਾ। ਉਹ ਰੋ ਕੇ ਕਹਿ ਰਿਹਾ ਸੀ, ਹੁਣ ਮੈਂ ਲੱਕੜਾਂ ਕਿਵੇਂ ਕੱਟਾਂਗਾ? ਮੈਂ ਗਰੀਬ ਆਦਮੀ ਕੀ ਕਰਾਂਗਾ? ਹਾਏ ਮੇਰਾ ਕੁਲਦੀਪ ਡੁੱਬ ਗਿਆ। ਅਚਾਨਕ ਪਾਣੀ ਵਿੱਚ ਹਲਚਲ ਹੋਈ। ਵੱਡੇ ਵੱਡੇ ਬੁਲਬੁਲੇ ਉੱਠਣ ਲੱਗੇ ਅਤੇ ਪਾਣੀ ਵਿੱਚੋਂ ਇੱਕ ਅਜੀਬ ਜਿਹੀ ਰੋਸ਼ਨੀ ਨਿਕਲਣ ਲੱਗੀ। ਭੋਲੂ ਡਰ ਕੇ ਪਿੱਛੇ ਹਟ ਗਿਆ। ਪਾਣੀ ਵਿੱਚੋਂ ਇੱਕ ਵੱਡੀ ਸੁਨਹਿਰੀ ਮੱਛੀ ਬਾਹਰ ਆਈ। ਉਸ ਦੇ ਸਿਰ ਤੇ ਇੱਕ ਛੋਟਾ ਜਿਹਾ ਤਾਜ ਸੀ। ਉਸਨੇ ਗੁੱਸੇ ਨਾਲ ਪੁੱਛਿਆ, ਕੌਣ ਹੈ ਜੋ ਮੇਰੀ ਨੀਂਦ ਖਰਾਬ ਕਰ ਰਿਹਾ ਹੈ? ਭੋਲੂ ਡਰਦੇ ਡਰਦੇ ਬੋਲਿਆ, ਮੈਂ ਹਾਂ ਜੀ, ਭੋਲੂ ਲੱਕੜਹਾਰਾ। ਮੇਰੀ ਕੁਹਾੜੀ, ਮੇਰਾ ਕੁਲਦੀਪ ਪਾਣੀ ਵਿੱਚ ਡਿੱਗ ਗਿਆ ਹੈ। ਮੱਛੀ ਨੇ ਕਿਹਾ, ਚੁੱਪ ਕਰ, ਮੈਂ ਦੇਖਦੀ ਹਾਂ। ਇਹ ਕਹਿ ਕੇ ਉਹ ਪਾਣੀ ਵਿੱਚ ਗਾਇਬ ਹੋ ਗਈ। ਭੋਲੂ ਸਾਹ ਰੋਕ ਕੇ ਇੰਤਜ਼ਾਰ ਕਰਨ ਲੱਗਾ। ਥੋੜੀ ਦੇਰ ਬਾਅਦ ਮੱਛੀ ਵਾਪਸ ਆਈ। ਉਸ ਦੇ ਮੂੰਹ ਵਿੱਚ ਇੱਕ ਸੋਨੇ ਦੀ ਕੁਹਾੜੀ ਸੀ ਜੋ ਸੂਰਜ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ। ਕੀ ਇਹ ਹੈ ਤੇਰੀ ਕੁਹਾੜੀ? ਮੱਛੀ ਨੇ ਪੁੱਛਿਆ। ਭੋਲੂ ਨੇ ਸੋਨੇ ਦੀ ਕੁਹਾੜੀ ਦੇਖੀ ਅਤੇ ਸਿਰ ਹਿਲਾ ਕੇ ਕਿਹਾ, ਨਹੀਂ ਨਹੀਂ, ਇਹ ਮੇਰੀ ਨਹੀਂ ਹੈ। ਮੇਰੀ ਕੁਹਾੜੀ ਤਾਂ ਲੋਹੇ ਦੀ ਸੀ ਅਤੇ ਉਸ ਦਾ ਹੱਥਾ ਲੱਕੜ ਦਾ ਸੀ। ਮੱਛੀ ਨੇ ਅੱਖਾਂ ਘੁਮਾਈਆਂ ਅਤੇ ਫਿਰ ਪਾਣੀ ਵਿੱਚ ਚਲੀ ਗਈ। ਇਸ ਵਾਰ ਉਹ ਚਾਂਦੀ ਦੀ ਕੁਹਾੜੀ ਲੈ ਕੇ ਆਈ ਜਿਸ ਵਿੱਚ ਹੀਰੇ ਜੜੇ ਹੋਏ ਸਨ। ਤਾਂ ਫਿਰ ਇਹ ਹੋਵੇਗੀ? ਭੋਲੂ ਨੇ ਫਿਰ ਨਾਂਹ ਵਿੱਚ ਸਿਰ ਹਿਲਾਇਆ। ਨਹੀਂ ਜੀ, ਇਹ ਵੀ ਮੇਰੀ ਨਹੀਂ ਹੈ। ਇਹ ਤਾਂ ਕਿਸੇ ਰਾਜੇ ਮਹਾਰਾਜੇ ਦੀ ਲੱਗਦੀ ਹੈ। ਮੈਂ ਤਾਂ ਗਰੀਬ ਲੱਕੜਹਾਰਾ ਹਾਂ। ਮੱਛੀ ਨੂੰ ਹੁਣ ਗੁੱਸਾ ਆਉਣ ਲੱਗਾ। ਬਹੁਤ ਇਮਾਨਦਾਰ ਬਣਦਾ ਹੈ। ਉਹ ਬੁੜਬੁੜਾਈ ਅਤੇ ਤੀਜੀ ਵਾਰ ਪਾਣੀ ਵਿੱਚ ਟੁੱਬੀ ਮਾਰ ਗਈ। ਭੋਲੂ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਮੱਛੀ ਗੁੱਸੇ ਵਿੱਚ ਉਸਦੀ ਕੁਹਾੜੀ ਵਾਪਸ ਹੀ ਨਾ ਕਰੇ। ਇਸ ਵਾਰ ਜਦੋਂ ਮੱਛੀ ਬਾਹਰ ਆਈ, ਉਸਦੇ ਮੂੰਹ ਵਿੱਚ 3 ਕੁਹਾੜੀਆਂ ਸਨ। ਇੱਕ ਸੋਨੇ ਦੀ, ਇੱਕ ਚਾਂਦੀ ਦੀ ਅਤੇ ਇੱਕ ਭੋਲੂ ਦੀ ਪੁਰਾਣੀ ਜੰਗਾਲ ਲੱਗੀ ਲੋਹੇ ਦੀ ਕੁਹਾੜੀ। ਭੋਲੂ ਦੀਆਂ ਅੱਖਾਂ ਚਮਕ ਗਈਆਂ। ਉਸਨੇ ਆਪਣੀ ਪੁਰਾਣੀ ਕੁਹਾੜੀ ਵੱਲ ਇਸ਼ਾਰਾ ਕਰਕੇ ਕਿਹਾ, ਉਹ ਰਹੀ ਮੇਰੀ ਕੁਹਾੜੀ, ਮੇਰਾ ਕੁਲਦੀਪ। ਮੱਛੀ ਭੋਲੂ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਈ। ਉਸਨੇ ਕਿਹਾ, ਮੈਂ ਤੇਰੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਹਾਂ। ਤੂੰ ਆਪਣੀ ਕੁਹਾੜੀ ਵੀ ਰੱਖ ਅਤੇ ਇਹ ਸੋਨੇ ਚਾਂਦੀ ਦੀਆਂ ਕੁਹਾੜੀਆਂ ਵੀ ਤੇਰਾ ਇਨਾਮ ਹਨ। ਭੋਲੂ ਨੇ ਖੁਸ਼ੀ ਤਿੰਨੋਂ ਕੁਹਾੜੀਆਂ ਲੈ ਲਈਆਂ ਅਤੇ ਮੱਛੀ ਦਾ ਧੰਨਵਾਦ ਕੀਤਾ। ਉਹ ਆਪਣੀ ਪੁਰਾਣੀ ਕੁਹਾੜੀ ਨੂੰ ਚੁੰਮ ਰਿਹਾ ਸੀ। ਜਦੋਂ ਭੋਲੂ ਘਰ ਜਾ ਰਿਹਾ ਸੀ ਤਾਂ ਅਚਾਨਕ ਸੋਨੇ ਦੀ ਕੁਹਾੜੀ ਉੱਚੀ ਆਵਾਜ਼ ਵਿੱਚ ਗਾਣਾ ਗਾਉਣ ਲੱਗੀ। ਭੋਲੂ ਨੇ ਘਬਰਾ ਕੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਮਝ ਆ ਗਿਆ ਕਿ ਅਮੀਰੀ ਦੇ ਨਾਲ ਨਵੀਆਂ ਸਿਰਦਰਦੀਆਂ ਵੀ ਆਉਂਦੀਆਂ ਹਨ।